ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ ਸੰਗਤ ਜੀ, ਅੱਜ ਅਸੀਂ ਆਪ ਜੀ ਦੇ ਨਾਲ ਜੋ ਵਿਸ਼ਾ ਸਿਰਲੇਖ ਸਾਂਝਾ ਕਰਨ ਜਾ ਰਹੇ ਹਾਂ, ਉਸ ਵਿਸ਼ੇ ਦਾ ਨਾਮ ਹੈ ਖਟ ਦਰਸ਼ਨ। ਹਿੰਦੂ ਸਾਧੂਆਂ ਦੇ 6 ਪ੍ਰਸਿੱਧ ਭੇਖ ਸੰਨਿਆਸੀ, ਬੈਰਾਗੀ, ਬ੍ਰਹਮਚਾਰੀ, ਸਰੇਵੜੇ, ਜੋਗੀ, ਜੰਗਮ। ਦੂਜਾ ਖਟ ਨਾਮ ਛਿਆਂ ਦਾ ਹੈ ਤੇ ਦਰਸ਼ਨ ਮਤ ਨੂੰ ਕਹਿੰਦੇ ਹਨ। ਜੈਸੇ ਛਿਆਂ ਦਰਸ਼ਨਾਂ ਸ਼ਾਸਤਰਾਂ ਦਾ ਮਤ ਵੱਖੋ ਵੱਖਰਾ ਹੈ ਤੇ ਕਈਆਂ ਗੱਲਾਂ ਵਿੱਚ ਇੱਕ ਦੂਜੇ ਨਾਲ ਖਿਆਲ ਮਿਲਦਾ ਹੈ ਤੇ ਕਈਆਂ ਗੱਲਾਂ ਵਿੱਚ ਇੱਕ ਦੂਜੇ ਦਾ ਵਿਰੋਧ ਕਰਦੇ ਹਨ। ਸੋ ਇਹਨਾਂ ਦੇ ਖਿਆਲਾਂ ਨੂੰ ਮਤ ਅਥਵਾ ਦਰਸ਼ਨ ਆਖਦੇ ਹਨ। ਇਹਨਾਂ ਦੇ ਇਹ ਨਾਮ ਹਨ: ਪਹਿਲਾ ਪੂਰਵ ਮੀਮਾਂਸਾ, ਦੂਜਾ ਵਿਸ਼ੇਖਕ, ਤੀਜਾ ਨਿਆਏ ਜਾਂ ਤਰਕ ਸੰਗ੍ਰਹਿ, ਚੌਥਾ ਪਤੰਜਲ, ਪੰਜਵਾਂ ਸਾਂਖ, ਛੇਵਾਂ ਵੇਦਾਂਤ। ਇਹਨਾਂ ਦੇ ਮਤ ਵੱਖੋ ਵੱਖਰੇ ਇਸ ਪ੍ਰਕਾਰ ਹਨ। ਪਹਿਲਾ ਪੂਰਵ ਮੀਮਾਂਸਾ ਕੇਵਲ ਵੇਦਾਂ ਦੀ ਉਪਮਾ ਕਰਦਾ ਹੈ ਤੇ ਦੱਸਦਾ ਹੈ ਕਿ ਜੋ ਕੁਝ ਵੇਦ ਵਿੱਚ ਲਿਖਿਆ ਹੈ ਉਹ ਹੀ ਮੰਨਣ ਯੋਗ ਹੈ, ਅਤੇ ਦੱਸਦਾ ਹੈ ਕਿ ਧਰਮ ਦਾ ਪੂਰਨ ਗਿਆਨ ਹੀ ਮੁਕਤੀ ਦੇ ਸਕਦਾ ਹੈ ਤੇ ਜਗ ਆਦਿਕ ਵੇਦ ਦੇ ਦੱਸੇ ਹੋਏ ਕਰਮ ਕਰਨੇ ਹੀ ਧਰਮ ਹੈ। ਕਰਮਾਂ ਦੇ ਪ੍ਰਭਾਵ ਕਰਕੇ ਹੀ ਜੀਵ ਦੇਵਤਾ, ਅਵਤਾਰ ਆਦਿਕ ਉੱਚ ਪਦਵੀਆਂ ਪ੍ਰਾਪਤ ਕਰਦੇ ਹਨ ਅਰ ਸਵਰਗ ਆਦਿਕ ਲੋਕਾਂ ਦੇ ਆਨੰਦ ਭੋਗਦੇ ਹਨ। ਇਤਿਆਦਿਕ ਉਪਦੇਸ਼ ਮੀਮਾਂਸਾ ਵਿੱਚ ਜੈਮਨ ਰਿਖੀ ਜੀ ਕਰਦੇ ਹਨ। ਦੂਜਾ ਹੈ ਵੈਸ਼ੇਖਕ। ਇਸ ਸ਼ਾਸਤਰ ਦੇ ਕਰਤਾ ਮਹਾਤਮਾ ਕਣਾਦ ਮੁਨੀ ਜੀ ਹੋਏ ਹਨ ਤੇ ਇਹ 6 ਪਦਾਰਥਾਂ ਨੂੰ ਮੰਨਦੇ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ। ਪਹਿਲਾ ਪਦਾਰਥ ਦ੍ਰਵੈ ਪ੍ਰਿਥਵੀ ਜਲ ਅਗਨੀ ਪਵਨ ਆਕਾਸ਼ ਕਾਲ ਦਿਸ਼ਾ ਆਤਮਾ। ਦੂਜਾ ਪਦਾਰਥ ਗੁਣ ਰੂਪ ਰਸ ਗੰਧ ਸਪਰਸ਼ ਸੰਖਿਆ ਪਰਨਾਣ ਪ੍ਰਤਕਵ ਸੰਜੋਗਾ ਵਿਭਾਗ ਪ੍ਰਤਵ ਅਪਰਤਵ ਕੁਰਤਵ ਦ੍ਰਵਤਵ ਸਨੇਹ ਸ਼ਬਦ ਬੁੱਧ ਸੁਖ ਦੁਖ ਇੱਛਾ ਦਵੇਸ ਪ੍ਰਯਤਨ ਧਰਮ ਅਧਰਮ ਸੰਸਕਾਰ। ਤੀਸਰਾ ਪਦਾਰਥ ਕਰਮ। ਚੌਥਾ ਪਦਾਰਥ ਸਮਾਨਯ ਜਾਤ। ਪੰਜਵਾਂ ਪਦਾਰਥ ਵਿਸ਼ੇਸ਼। ਛੇਵਾਂ ਪਦਾਰਥ ਸਮਵਾਏ ਸੰਬੰਧ। ਇਹ 6 ਪਦਾਰਥ ਨਿਤਯ ਅਰ ਅਨਾਦਿ ਹਨ। ਪ੍ਰਿਥਵੀ ਜਲ ਅਗਨ ਅਰ ਪਵਨ ਪ੍ਰਮਾਣ ਰੂਪ ਨਿਤਯ ਹਨ ਔਰ ਸਥੂਲ ਰੂਪ ਕਰਕੇ ਅਨਿਤਯ ਹਨ। ਜੀਵ ਆਤਮਾ ਸਭ ਸਰੀਰਾਂ ਵਿੱਚ ਭਿੰਨ ਭਿੰਨ ਹਨ। ਪਰਮਾਤਮਾ ਜੀਵਾਤਮਾ ਤੋਂ ਜੁਦਾ ਹੈ। ਪਰਮਾਣੂਆਂ ਤੋਂ ਸੁਭਾਵਕ ਹੀ ਸ੍ਰਿਸ਼ਟੀ ਦੀ ਰਚਨਾ ਹੋਈ ਹੈ। 6 ਪਦਾਰਥਾਂ ਦੇ ਪੂਰਨ ਗਿਆਨ ਤੋਂ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਨਵੇਂ ਵੈਸ਼ੇਖਕ ਮਤ ਵਾਲਿਆਂ ਨੇ ਅਭਾਵ ਨੂੰ ਵੀ ਪਦਾਰਥ ਮੰਨਿਆ ਹੈ। ਇਸ ਤਰ੍ਹਾਂ ਇਸ ਦੇ ਰਲਣ ਕਰਕੇ ਵੈਸ਼ੇਖਕ ਮਤ ਦੇ 7 ਪਦਾਰਥ ਹੁੰਦੇ ਹਨ। ਸੋ ਇਹ ਵੈਸ਼ੇਖਕ ਸ਼ਾਸਤਰ ਦਾ ਮਤ ਹੈ। ਤੀਜਾ ਨਿਆਏ ਜਾਂ ਤਰਕ ਸੰਗ੍ਰਹਿ। ਇਸ ਦੇ ਕਰਤਾ ਗੌਤਮ ਰਿਖੀ ਜੀ ਹੋਏ ਹਨ ਤੇ ਇਹ 16 ਪਦਾਰਥਾਂ ਨੂੰ ਮੁੱਖ ਸਮਝਦੇ ਹਨ, ਯਾਨੀ ਮੰਨਦੇ ਹਨ। ਸੋ 16 ਪਦਾਰਥ ਇਹ ਹਨ: ਪਹਿਲਾ ਪ੍ਰਮਾਣ, ਦੂਜਾ ਪ੍ਰਮੇਯ, ਤੀਜਾ ਸੰਸ਼ਯ, ਚੌਥਾ ਪ੍ਰਯੋਜਨ, ਪੰਜਵਾਂ ਅਵਯਲ, ਛੇਵਾਂ ਤਰਕ, ਸੱਤਵਾਂ ਦ੍ਰਿਸ਼ਟਾਂਤ, ਅੱਠਵਾਂ ਸਿਧਾਂਤ,
ਨੌਵਾਂ ਨਿਰਣੈ, 10ਵਾਂ ਵਾਦ, 11ਵਾਂ ਜਲਪ, 12ਵਾਂ ਵਿਤੰਡਾ, 13ਵਾਂ ਹੇਵਤਾ ਭਾਸ, 14ਵਾਂ ਛਲ, 15ਵਾਂ ਜਾਤ, 16ਵਾਂ ਨਿਗ੍ਰਹਿ ਸਥਾਨ। 16 ਪਦਾਰਥਾਂ ਦਾ ਨਿਰਣੈ। ਪਹਿਲਾ ਪ੍ਰਮਾਣ, ਪ੍ਰਤੱਖਿਆ ਅਨੁਮਾਨ ਉਪਮਾਨ ਸ਼ਬਦ। ਦੂਜਾ ਪ੍ਰਮੇਯ, ਆਤਮਾ, ਸਰੀਰ, ਇੰਦਰੀ, ਅਰਥ, ਬੁੱਧੀ, ਮਨ, ਪ੍ਰਵਿਰਤੀ, ਦੋਸ਼, ਪ੍ਰੇਤ ਭਾਵ, ਫਲ, ਦੁੱਖ, ਮੁਕਤ। ਤੀਜਾ ਸੰਸ਼ੈ। ਚੌਥਾ ਪ੍ਰਯੋਜਨ। ਪੰਜਵਾਂ ਅਵਿਅਲ, ਪ੍ਰਤੱਗਿਆ ਹੇਤ, ਉਦਾਹਰਣ, ਉਪਨੈ, ਨਿਰਮਾਣ। ਛੇਵਾਂ ਤਰਕ ਭਾਵ ਜੁਗਤ। ਸੱਤਵਾਂ ਦ੍ਰਿਸ਼ਟਾਂਤ। ਅੱਠਵਾਂ ਸਿਧਾਂਤ। ਨੌਵਾਂ ਨਿਰਣੈ। 10ਵਾਂ ਵਾਦ, ਜਿੱਤ ਹਾਰ ਦਾ ਖਿਆਲ ਛੱਡ ਕੇ ਯਥਾਰਥ ਗਿਆਨ ਵਾਸਤੇ ਚਰਚਾ। 11ਵਾਂ ਜਲਪ, ਜਿੱਤਣ ਦਾ ਖਿਆਲ ਰੱਖ ਕੇ ਚਰਚਾ ਕਰਨੀ। 12ਵਾਂ ਵਿਤੰਡਾ, ਕੇਵਲ ਦੂਜੇ ਪੁਰਸ਼ ਦੇ ਪੱਖ ਨੂੰ ਡੇਗਣ ਵਾਸਤੇ ਛਲ, ਕਪਟ, ਈਰਖਾ, ਹਠ ਨਾਲ ਚਰਚਾ ਕਰਨੀ। 13ਵਾਂ ਹੇਤਵਾ ਭਾਸ, ਸਭਿਆ ਵਿਚਾਰ ਵਿਰੁੱਧ, ਪ੍ਰਕਰਣਸਮ, ਸਾਧਿਅਸਮ, ਕਾਲਾਤੀਤ। 14ਵਾਂ ਛਲ। 15ਵਾਂ ਜਾਤ। 16ਵਾਂ ਨਿਗ੍ਰਹਿ ਸਥਾਨ, ਅਰਥਾਤ ਮਾਕੂਲ ਜਵਾਬ ਨਾ ਫੁਰਨਾ ਜਾਂ ਉਲਟ ਫੁਰਨਾ ਜਿਸ ਤੋਂ ਹੋ ਜਾਵੇ। ਇਹਨਾਂ 16 ਪਦਾਰਥਾਂ ਦੀ ਯਥਾ ਕਰਮ ਤੱਤਵ ਗਿਆਨ ਤੋਂ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਜੋ ਦੁੱਖ ਦਾ ਅਤਿਅੰਤ ਨਾਸ ਰੂਪ ਹੈ। ਜੀਵ ਆਤਮਾ ਪਰਮਾਤਮਾ ਤੋਂ ਭਿੰਨ ਹੈ ਅਰ ਅਭੇਦਤਾ ਨੂੰ ਪ੍ਰਾਪਤ ਨਹੀਂ ਹੁੰਦਾ। ਪਰਮਾਣੂਆਂ ਦੇ ਇਕੱਠ ਤੋਂ ਸਥੂਲ ਪਦਾਰਥਾਂ ਦੀ ਰਚਨਾ ਹੋਈ ਹੈ। ਇਤਿਆਦਿਕ ਮਤ ਮਹਾਤਮਾ ਗੌਤਮ ਜੀ ਦਾ ਹੈ। ਚੌਥਾ ਪਾਤੰਜਲ ਸ਼ਾਸਤਰ ਅਥਵਾ ਯੋਗ ਦਰਸ਼ਨ। ਇਸ ਦਾ ਪ੍ਰਚਾਰ ਕਰਨ ਵਾਲੇ ਮਹਾਤਮਾ ਪਾਤੰਜਲ ਰਿਸ਼ੀ ਜੀ ਹੋਏ ਹਨ। ਸ਼ਾਸਤਰ ਦਾ ਸਿਧਾਂਤ ਇਹ ਹੈ ਕਿ ਦ੍ਰਿਸ਼ਟਾ ਔਰ ਦ੍ਰਿਸ਼ਯ ਦੋ ਪਦਾਰਥ ਹਨ। ਪੁਰਸ਼ ਦ੍ਰਿਸ਼ਟਾ ਹੈ ਔਰ ਬਾਕੀ ਪ੍ਰਕਿਰਤ ਰੂਪ ਵਿਸ਼ਵ ਸਭ ਦ੍ਰਿਸ਼ਯ ਹੈ। ਪ੍ਰਕਿਰਤ ਜਗਤ ਦਾ ਉਪਾਦਾਨ ਔਰ ਈਸ਼ਵਰ ਨਿਮਿਤ ਕਾਰਨ ਹੈ। ਚਿੱਤ ਦੀਆਂ ਬਿਰਤੀਆਂ ਜਿਸ ਵੇਲੇ ਰੁਕ ਜਾਂਦੀਆਂ ਹਨ, ਤਦ ਹੋਰ ਦ੍ਰਿਸ਼ਯ ਨਾ ਹੋਣ ਕਰਕੇ ਦ੍ਰਿਸ਼ਟਾ ਦੀ ਆਪਣੀ ਸਵਰੂਪ ਵਿੱਚ ਅਸਥਿਤੀ ਹੁੰਦੀ ਹੈ। ਚਿੱਤ ਬਿਰਤੀ ਦੇ ਰੋਕਣ ਦਾ ਸਾਧਨ ਵੈਰਾਗ ਅਰ ਅਭਿਆਸ ਹੈ, ਜਿਸ ਤੋਂ ਚਿੱਤ ਪੂਰਨ ਇਕਾਗਰਤਾ ਨੂੰ ਪ੍ਰਾਪਤ ਹੁੰਦਾ ਹੈ ਅਰ ਇਸੇ ਦਾ ਨਾਮ ਯੋਗ ਹੈ। ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਣਾ, ਧਿਆਨ ਅਰ ਸਮਾਧ ਕਰਕੇ ਅੰਤঃਕਰਨ ਦੀ ਮਲੀਨਤਾ ਮਿਟ ਜਾਂਦੀ ਹੈ। ਪ੍ਰਕਿਰਤ ਅਰ ਪੁਰਸ਼ ਨੂੰ ਭਿੰਨ ਭਿੰਨ ਜਾਣ ਕੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਅਰ ਆਤਮਾ ਪ੍ਰਕਿਰਤ ਬੰਧਨਾਂ ਤੋਂ ਮੁਕਤ ਹੋ ਕੇ ਆਪਣੇ ਆਪ ਨੂੰ ਪ੍ਰਕਿਰਤੀ ਤੋਂ ਭਿੰਨ ਜਾਣਦਾ ਹੋਇਆ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ। ਸੋ ਇਹ ਮਤ ਪਾਤੰਜਲ ਸ਼ਾਸਤਰ ਦਾ ਹੈ। ਪੰਜਵਾਂ ਸਾਂਖ ਸ਼ਾਸਤਰ। ਇਸ ਦਰਸ਼ਨ ਦੇ ਕਰਤੇ ਮਹਾਤਮਾ ਕਪਲ ਮੁਨੀ ਜੀ ਹੋਏ ਹਨ ਔਰ ਇਹਨਾਂ ਨੇ 25 ਤੱਤ ਮੰਨੇ ਹਨ। ਊੜਾ ਪ੍ਰਕਿਰਤ ਕਿਰਿਆ ਸ਼ਕਤ, ਇਸ ਤੋਂ ਸਭ ਵਸਤੂਆਂ ਬਣੀਆਂ ਹਨ ਅਰ ਜੋ ਆਪ ਕਿਸੇ ਤੋਂ ਨਹੀਂ ਬਣੀ ਅਰ ਜੋ ਸਤ, ਰਜ, ਤਮ ਤਿੰਨਾਂ ਗੁਣਾਂ ਦੀ ਸਮ ਅਵਸਥਾ ਰੂਪ ਹੈ। ਐੜਾ ਮਹਿਤ ਗੁਣਾਂ ਵਿੱਚ ਬਿਖਮਤਾ ਹੋਣ ਕਰਕੇ ਪ੍ਰਕਿਰਤ ਦੇ ਖਸ਼ੋਭ ਕਾਰਨ ਜੋ ਤਤ ਉਪਜਿਆ ਹਰ ਜੋ ਸਰੀਰ ਵਿੱਚ ਬੁੱਧੀ ਰੂਪ ਕਰਕੇ ਅਸਥਿਤ ਹੈ। ਈੜੀ ਅਹੰਕਾਰ, ਜਿਸ ਦਾ ਸਵਰੂਪ ਹਉਮੈ ਹੈ। ਸਸਾ ਪੰਜ ਤਨ ਮਾਤਰ ਸ਼ਬਦ ਸਪਰਸ ਰੂਪ ਰਸ ਗੰਧ। ਹਾਹਾ 11 ਇੰਦਰੀਆਂ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, 11ਵਾਂ ਮਨ। ਕੱਕਾ 5 ਮਹਾਭੂਤ ਪ੍ਰਿਥਵੀ, ਜਲ, ਵਾਯੂ, ਅਗਨੀ, ਆਕਾਸ਼। ਖੱਖਾ ਪੁਰਖ ਚੈਤਨਯ ਸ਼ਕਤੀ। ਸਾਂਖਿਆ ਮਤ ਅਨੁਸਾਰ ਜਗਤ ਨਿਤਿਆ ਹੈ ਅਰ ਪਰਿਣਾਮ ਰੂਪ ਪ੍ਰਵਾਹ ਨਾਲ ਸਦਾ ਬਦਲਦਾ ਰਹਿੰਦਾ ਹੈ। ਪ੍ਰਕਿਰਤੀ ਨੂੰ ਪੁਰਸ਼ ਦੀ
ਪੁਰਸ਼ ਨੂੰ ਪ੍ਰਕਿਰਤੀ ਦੀ ਸਹਾਇਤਾ ਦੀ ਜ਼ਰੂਰਤ ਹੈ। ਇਕੱਲੇ ਦੋਵੇਂ ਨਿਸਫਲ ਹਨ। ਜੀਵਾਤਮਾ ਪ੍ਰਤੀ ਸਰੀਰ ਭਿੰਨ ਭਿੰਨ ਹਨ। ਬੁੱਧੀ, ਅਹੰਕਾਰ, 11 ਇੰਦਰੀਆਂ, 5 ਤੱਤ ਹਨ। ਮਾਤਰ ਇਹਨਾਂ ਦਾ ਸਮੁਦਾਇ ਸੂਖਮ ਲਿੰਗ ਸਰੀਰ ਹੈ, ਜੋ ਕਰਮ ਅਰ ਗਿਆਨ ਦਾ ਆਧਾਰ ਰੂਪ ਹੈ। ਸਥੂਲ ਸਰੀਰ ਨਾਸ ਹੋਣ ਤੋਂ ਇਸ ਦਾ ਨਾਸ ਨਹੀਂ ਹੁੰਦਾ। ਸੂਖਸ਼ਮ ਸਰੀਰ ਕਰਮ ਅਰ ਗਿਆਨ ਵਾਸ਼ਨਾ ਕਰਕੇ ਪ੍ਰੇਰਿਆ ਹੋਇਆ ਇੱਕ ਸਰੀਰ ਤੋਂ ਵਿਛੜ ਕੇ ਦੂਜੀ ਦੇਹ ਵਿੱਚ ਪ੍ਰਵੇਸ਼ ਕਰਦਾ ਹੈ। ਲਿੰਗ ਸਰੀਰ ਦਾ ਪਰਲੈ ਪਰਯੰਤ ਨਾਸ ਨਹੀਂ ਹੁੰਦਾ। ਪਰਲੈ ਅਵਸਥਾ ਸਮੇਂ ਪ੍ਰਕਿਰਤ ਵਿੱਚ ਲੈ ਹੋ ਜਾਂਦਾ ਹੈ। ਸ੍ਰਿਸ਼ਟੀ ਦੀ ਉਤਪਤੀ ਵੇਲੇ ਫੇਰ ਨਵੇਂ ਸਿਰੇ ਉਪਜਦਾ ਹੈ। ਜਦ ਪੁਰਸ਼ ਵਿਵੇਕ ਨਾਲ ਆਪਣੇ ਆਪ ਨੂੰ ਬੁੱਧੀ ਤੋਂ ਭਿੰਨ ਦੇਖਦਾ ਹੈ, ਤਦ ਬੁੱਧੀ ਕਰਕੇ ਪ੍ਰਾਪਤ ਹੋਏ ਸੰਤਾਪਾਂ ਤੋਂ ਦੁੱਖ ਨਹੀਂ ਹੁੰਦਾ। ਇਸੇ ਭਿੰਨਤਾ ਦਾ ਨਾਮ ਮੁਕਤੀ ਹੈ। ਇਹ ਉੱਪਰ ਲਿਖਿਆ ਮਤ ਸਾਂਖ ਸ਼ਾਸਤਰ ਦਾ ਹੈ। 6ਵਾਂ ਵੇਦਾਂਤ ਸ਼ਾਸਤਰ ਉੱਤਰ ਮੀਮਾਂਸਾ। ਇਸ ਦਰਸ਼ਨ ਦੇ ਪ੍ਰਚਾਰਕ ਵੇਦ ਵਿਆਸ ਜੀ ਹਨ। ਵੇਦਾਂਤ ਮਤ ਅਨੁਸਾਰ ਬ੍ਰਹਮ ਦੀ ਸੱਤਾ ਅਰ ਸ਼ਕਤੀ ਕਰਕੇ ਮਾਇਆ ਦੁਆਰਾ ਸਭ ਕੁਝ ਬ੍ਰਹਮ ਦੀ ਸੱਤਾ ਅਰ ਸ਼ਕਤੀ ਵਿੱਚ ਲੈ ਹੋਵੇਗਾ। ਸੁੱਧ ਮਾਇਆ ਵਿੱਚ ਬ੍ਰਹਮ ਦੀ ਪ੍ਰਤਿਬਿੰਬ ਵਿੱਚ ਲੈ ਹੋਵੇਗਾ। ਸੁੱਧ ਮਾਇਆ ਵਿੱਚ ਬ੍ਰਹਮ ਦੀ ਪ੍ਰਤੀਬਿੰਬ ਈਸ਼ਰ ਅਰ ਮਲੀਨ ਮਾਇਆ ਵਿੱਚ ਪ੍ਰਤੀਬਿੰਬ ਜੀਵ ਹੈ। ਜੀਵ ਅਰ ਅਬਿਨਾਸ਼ੀ ਏਕ ਹੈ, ਪਰ ਉਪਾਧੀ ਭੇਦ ਕਰਕੇ ਭਿੰਨ ਭਿੰਨ ਭਾਸਦਾ ਹੈ। ਉਪਾਧੀ ਭੇਦ ਮਿਟਾਉਣ ਪਰ ਸੁੱਧ ਬ੍ਰਹਮ ਸਾਥ ਅਭੇਦਤਾ ਹੁੰਦੀ ਹੈ। ਬ੍ਰਹਮ ਗਿਆਨ ਦੁਆਰਾ ਭੇਦ ਭਾਵ ਮਿਟਾ ਕੇ ਆਤਮਾ ਦਾ ਸਾਖਿਆਤਕਾਰ ਹੁੰਦਾ ਹੈ। ਇਸ ਦਾ ਨਾਮ ਕੇਵਲ ਮੋਖ ਹੈ। ਇਹ ਵਿਦਾਂਤ ਸ਼ਾਸਤਰ ਦਾ ਮਤ ਜੀਵ ਬ੍ਰਹਮ ਦੀ ਅਭੇਦਤਾ ਹੈ। ਸੋ ਇਹ ਉੱਪਰ ਲਿਖੇ 6 ਦਰਸ਼ਨ ਤੇ ਇਹਨਾਂ ਦਾ ਮਤ ਆਮ ਕਰਕੇ ਭਿੰਨ ਭਿੰਨ ਹੈ। ਇਸੇ ਵਾਸਤੇ ਗੁਰੂ ਜੀ ਨੇ ਇਹਨਾਂ ਦਰਸ਼ਨਾਂ ਦੇ ਵਰਤਣ ਵਾਲਿਆਂ, ਇਹਨਾਂ ਦੀ ਰੀਤੀ ਦੇ ਚੱਲਣ ਵਾਲਿਆਂ ਨੂੰ ਸੰਸਾਰੀਆਂ ਦੀ ਪਦਵੀ ਦਿੱਤੀ ਹੈ। ਪਰ ਗੁਰੂ ਸਾਹਿਬ ਜੀ ਦਾ ਦਰਸ਼ਨ ਸਭ ਤੋਂ ਉੱਚਾ ਦੱਸਿਆ ਹੈ। ਜੈਸੇ ਕਿ ਅਸੀਂ ਆਸਾ ਰਾਗ ਵਿੱਚ ਪੜ੍ਹਦੇ ਅਤੇ ਸਰਵਣ ਕਰਦੇ ਹਾਂ। ਤੀਜੇ ਪਾਤਸ਼ਾਹ ਜੀ ਫਰਮਾ ਰਹੇ ਹਨ, ਖਟ ਦਰਸ਼ਨ ਵਰਤੈ ਵਰਤਾਰਾ, ਗੁਰ ਕਾ ਦਰਸ਼ਨ ਅਗਮ ਅਪਾਰਾ, ਗੁਰ ਕੈ ਦਰਸ਼ਨ ਮੁਕਤ ਗਤ ਹੋਏ, ਸਾਚਾ ਆਪ ਵਸੈ ਮਨ ਸੋਏ ਰਹਾਉ। ਗੁਰ ਦਰਸ਼ਨ ਉਧਰੈ ਸੰਸਾਰਾ, ਜੇ ਕੋ ਲਾਏ ਭਾਉ ਪਿਆਰਾ, ਭਾਉ ਪਿਆਰਾ ਲਾਏ ਵਿਰਲਾ ਕੋਏ, ਗੁਰ ਕੈ ਦਰਸ਼ਨ ਸਦਾ ਸੁਖ ਹੋਏ। ਗੁਰ ਕੈ ਦਰਸ਼ਨ ਮੋਖ ਦੁਆਰ, ਸਤਿਗੁਰ ਸੇਵੈ ਪਰਵਾਰ ਸਾਧਾਰ, ਨਿਗੁਰੇ ਕਉ ਗਤ ਕਾਈ ਨਾਹੀ, ਅਵਗਣ ਮੁਠੇ ਚੋਟਾ ਖਾਹੀ। ਗੁਰ ਕੈ ਸ਼ਬਦ ਸੁਖ ਸਾਂਤ ਸਰੀਰ, ਗੁਰਮੁਖ ਤਾਕੋ ਲੱਗੈ ਨ ਪੀਰ, ਜਮਕਾਲ ਤਿਸ ਨੇੜ ਨ ਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਇਸੇ ਤਰ੍ਹਾਂ ਸਤਿਗੁਰੂ ਹੋਰ ਵੀ ਸਾਡੀ ਵਿਚਾਰ ਜੋ ਹੈ ਉਸ ਨੂੰ ਖੋਲਦੇ ਹਨ ਔਰ ਬਾਣੀ ਰਾਹੀਂ ਦੱਸਦੇ ਹਨ। ਅਸੀਂ ਰੋਜ਼ ਹੀ ਰਾਤ ਨੂੰ ਸੌਣ ਲੱਗੇ ਹਾਂ, ਸੋਹਿਲਾ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਸਤਿਗੁਰੂ ਫਰਮਾਉਂਦੇ ਹਨ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਸੋ ਇਹਨਾਂ ਗੁਰਵਾਕਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਦਾ ਮਤ ਦਰਸ਼ਨ ਸਭ ਤੋਂ ਉੱਚਾ ਹੈ, ਕਿਉਂਕਿ 6 ਦਰਸ਼ਨਾਂ ਦੇ ਕਰਤੇ ਹਨ ਤੇ 6 ਹੀ ਉਹਨਾਂ ਦੇ ਉਪਦੇਸ਼ ਹਨ। ਤੇ ਇਸੇ ਵਾਸਤੇ ਗੁਰੂ ਜੀ ਨੇ ਕਿਹਾ ਹੈ ਕਿ ਹੇ ਮਹਾਰਾਜ ਵਾਹਿਗੁਰੂ, ਤੂੰ ਇੱਕੋ ਗੁਰੂਆਂ ਦਾ ਗੁਰੂ ਹੈ ਤੇ ਤੇਰਾ ਮਤ ਭਗਤੀ ਭਾਵ ਸਹਿਤ ਵੀ ਇੱਕੋ ਹੈ ਤੇ ਤੇਰੇ ਆਮ ਨਾਮ ਅਥਵਾ ਮਤ ਲੋਕਾਂ ਨੇ ਕਲਪਿਤ ਕੀਤੇ ਹਨ। ਸੋ ਜੀਵਾਂ ਪ੍ਰਤੀ ਦੱਸਦੇ ਹਨ ਕਿ ਹੇ ਜੀਵੋ ਅਥਵਾ ਹੇ ਬਾਬਾ,
ਜਿਸ ਘਰ ਦੇ ਵਿੱਚ ਅਥਵਾ ਦਰਸ਼ਨ ਦੇ ਵਿੱਚ ਕਰਤੇ ਦਾ ਜਸ ਹੁੰਦਾ ਹੋਵੇ, ਤੂੰ ਉਸ ਘਰ ਤਿਸ ਦਰਸ਼ਨ ਵਿੱਚ ਆਪਣੇ ਮਨ ਨੂੰ ਰੱਖ। ਭਾਵ ਕਿ ਜਿਸ ਮਤ ਵਿੱਚ ਪਰਮੇਸ਼ਵਰ ਵਾਹਿਗੁਰੂ ਦੀ ਵਡਿਆਈ ਹੁੰਦੀ ਹੋਵੇ, ਉਹ ਹੀ ਮਤ ਧਾਰਨ ਕਰਨਾ ਠੀਕ ਹੈ, ਤੇ ਉਸੇ ਮਤ ਅਨੁਸਾਰ ਚੱਲਣ ਕਰਕੇ ਵਡਿਆਈ ਮਿਲੀ ਹੈ। ਜਿਵੇਂ ਸਤਿਗੁਰੂ ਸਾਡੇ ਰੋਜ਼ ਦੇ ਨਿਤਨੇਮ ਦੀ ਪੰਚਮ ਬਾਣੀ ਦੇ ਵਿੱਚ ਫਰਮਾਉਂਦੇ ਹਨ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤਤੈ ਸਾਰ ਨ ਜਾਣੀ। ਤਤੈ ਸਾਰ ਨ ਜਾਣੀ ਗੁਰੂ ਬਾਝੋਂ, ਤਤੈ ਸਾਰ ਨ ਜਾਣੀ। ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ। ਸਦਾ ਚੱਲਣ ਤੇ ਮਨ ਵਿੱਚ ਇਹ ਵਿਚਾਰ ਕਰੇ ਕਿ ਸ਼ਾਸਤਰ ਤੇ ਸਿਮਰਤੀਆਂ ਆਦਿਕ ਪੁੰਨਾਂ ਪਾਪਾਂ ਦਾ ਵਿਚਾਰ ਕਰਨ ਵਾਲੀਆਂ ਹਨ, ਤੇ ਕਰਮਕਾਂਡ ਆਦਿਕਾਂ ਵਿੱਚ ਲਗਾਉਣ ਵਾਲੀਆਂ ਹਨ, ਤੇ ਤਤ ਵਸਤੂ ਨੂੰ ਨਹੀਂ ਜਾਣਦੀਆਂ ਅਥਵਾ ਨਹੀਂ ਜਾਣਦੇ। ਸੋ ਤਤ ਵਸਤੂ ਦੀ ਪ੍ਰਾਪਤੀ ਕੇਵਲ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਆਉਣੇ ਕਰ ਪ੍ਰਾਪਤ ਹੁੰਦੀ ਹੈ। ਸੋ ਸਾਨੂੰ ਚਾਹੀਦਾ ਹੈ ਕਿ ਸ਼ਾਸਤਰਾਂ ਦੀ ਵਿਚਾਰ ਕਰਦੇ ਹੋਏ ਵੀ ਸਤਿਗੁਰੂ ਜੀ ਦੀ ਓਟ ਲਈਏ, ਤੇ ਉੱਤਮ ਸਿਧਾਂਤ ਨੂੰ ਪ੍ਰਾਪਤ ਕਰਦੇ ਹੋਏ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋਈਏ। ਸਾਧ ਸੰਗਤ ਜੀ, ਇਹ ਵਿਸ਼ਾ ਸਮਾਪਤ ਹੁੰਦਾ ਹੈ। ਇਹ ਭਗਤ ਜੀ ਦਾ ਸਿਰਲੇਖ ਇੱਥੇ ਹੀ ਸਮਾਪਤ ਹੈ, ਔਰ ਉਹਨਾਂ ਨੇ ਬੜੀ ਮੈਨੂੰ ਗੱਲ ਵਧੀਆ ਲੱਗੀ ਹੈ। ਆਸ ਕਰਦਾ ਹਾਂ ਆਪ ਸੰਗਤ ਦੇ ਵੀ ਇਹ ਗੱਲ ਪਸੰਦ ਆਈ ਹੋਵੇਗੀ ਕਿ ਜੋ ਉਹ ਆਰਕ ਸਿਰਲੇਖ ਤੇ ਹਰ ਇੱਕ ਵਿਸ਼ੇ ਤੇ ਸਮਾਪਤੀ ਤੇ ਆਪਣਾ ਕੋਈ ਕਵਿਤ, ਕੋਈ ਛੰਦ, ਕੋਈ ਸਵਈਆ ਲਿਖਦੇ ਹਨ, ਉਹ ਬੜਾ ਪਿਆਰਾ ਹੈ। ਆਓ ਇੱਥੇ ਸਵਈਆ ਲਿਖਿਆ ਹੈ, ਧਿਆਨ ਦੇਣਾ। ਸਵਈਆ। ਪੂਰਬ ਮੀਮਾਂਸਾ ਵਿਸ਼ੇਖਕ ਸ਼ਾਸਤਰ, ਤਰਕ ਨਿਆਏ ਪਤੰਜਲ ਜਾਨੋ। ਸਾਂਖ ਵੇਦਾਂਤ ਜੋ ਉੱਤਰ ਮੀਮਾਂਸਾ, ਪੂਰੇ ਇਹ ਖਟ ਦਰਸ਼ਨ ਜਾਨੋ। ਆਪੋ ਹੀ ਆਪਣੀ ਬੁੱਧ ਦੇ ਮੂਜਬ, ਦੱਸ ਰਹੇ ਹਰੀ ਨਾਮ ਗਿਆਨੋ। ਪਰ ਗੁਰ ਦਰਸ਼ਨ ਸਭ ਤੋਂ ਉੱਚਾ ਹੈ, ਪਰ ਗੁਰ ਦਰਸ਼ਨ ਸਭ ਤੋਂ ਉੱਚਾ ਹੈ। ਭਗਤ ਭਾਸ ਦਾ ਪੂਰਾ ਖਜ਼ਾਨੋ। ਪਰ ਗੁਰ ਦਰਸ਼ਨ ਸਭ ਤੋਂ ਉੱਚਾ ਹੈ, ਭਗਤ ਭਾਸ ਦਾ ਪੂਰਾ ਖਜ਼ਾਨੋ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।